जागत जोत सतगुरु साहिब श्री गुरु ग्रंथ साहिब परम पिता बापू की गोद विच कथा कीर्तन का आनंद माण रही गुरु सवारी गुरु प्यारी गुरु खालसा साध संगत जीओ। प्यार सत्कार सहित फतेह बुलाओ। वाहे गुरु जी का खालसा वाहे गुरु जी की फतेह। अज भागां वाले दिन हाजरियां भर रहे हो। कृपा हो रही है, दया हो रही है। साहिब श्री गुरु ग्रंथ साहिब जी की बख्शिश के पात्र बन रहे हो। साहिब श्री गुरु ग्रंथ साहिब जी की हजूरी च बैठना, गोद च बहना, यही कृपा लैण का ढंग है, यही कृपा लैण की विधि है। तुसी वो विधि अपना रहे हो। बिरतियां जोड़ के चरना विच बैठे हो। ये सुरती बिरती ही शब्द नाल जोड़ के बहना जां नेत्र बंद करके गुरु नानक साहिब के चरणों का ध्यान करना। यह जिहड़ा स्वरूप है सामने सामने स्वरूप दे जो महाराज ने सुंदर चौंकड़ा लगाया ते चरण दिस रहा है ते चरण विच पदम है। बाबा जी कहंदे सी इस चरण का ध्यान करया करो। ये गुरु नानक साहिब दे चरण नूं अपने मस्तक विच वसा लो। ये तरन का साधन है। दास ने कई बार तुहानू दस्या क्योंकि जिहड़ी पते की गल है वो हर वार दसनी चाहिए है। साडी इच्छा ये हुंदी है भुल ना जाओ, फिर उन्होंने धारण करो। कलयुग का समा गुर उपदेश सुनिए मनीए ते मनदियां भी विसर जाते हैं। समय ऐसा है, इसलिए बार बार दोहराने पैंदे कि रव के सुत को तिन त्रास कहा जो चरण गुरु चित लावत है। सूरज दे पुत्रां दा उन्हां नूं डर नहीं जेड़े गुरु चरना विच चित लगाउंदे ने। देखो ये बचन मेरा नहीं, ये बचन किसी कवि का नहीं, ये बचन गुरु ग्रंथ साहिब जी का कि रव के सुत को तिन त्रास कहा जो चरण गुरु चित लावत है। जो गुरु चरना नाल चित लगा लेंदे ने उन्हां नूं फिर सूरज दे पुत्रां दा डर की। इसलिए अज छोटे हाल विच उधर जदों अखंड पाठ साहिबानां दे भोग पए हुक्मनामा होया, दास ने बेनती कीती सी कि सतसंगी जनों हुण एक मन अंदर इस साधन बना लो कि पूर्णमाशी नूं आके 10 बजे 9:30 बजे पहुँच के भाई 3:30 बजे तक इत्थे आनंद मानना है। 2 बजे भोग पै जाए, 2:30 बजे पै जाए,
ਉਹਨਾਂ ਚਿਰ ਬਹਿ ਕੇ ਆਨੰਦ ਮਾਣਨਾ ਤੇ ਗੁਰੂ ਚਰਨਾਂ ਦਾ ਧਿਆਨ ਕਰਨਾ ਹੈ। ਪੂਰਨਮਾਸ਼ੀ ਦਾ ਦਿਨ ਹੋਵੇ, ਕਿਉਂਕਿ ਇਹ ਦਿਨ ਬੜਾ ਹੀ ਭਾਗਾਂ ਵਾਲਾ। ਇਹਨੂੰ ਐਵੇਂ ਨਾ ਸਮਝਿਓ, ਇਹ ਭਾਗਾਂ ਵਾਲਾ ਹੀ ਦਿਨ ਹੈ, ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਾਤ ਲੋਕ ਵਿੱਚ ਆਉਣ ਦਾ ਦਿਨ ਹੈ। ਇਸ ਲਈ ਭਾਗਾਂ ਵਾਲਾ ਦਿਨ ਹੈ ਇਹ। ਭਾਗਾਂ ਵਾਲਾ ਦਿਨ ਜਿਵੇਂ ਕੋਈ ਦਿਨ ਤਪਦਾ ਹੋਵੇ, ਤੁਸੀਂ ਬਾਹਰ ਜਾਓ ਤੇ ਧੁੱਪ ਲੱਗਦੀ ਹੈ, ਲੱਗਦੀ ਹੈ ਨਾ, ਕਿਉਂਕਿ ਦਿਨ ਅੱਜ ਤਪਦਾ ਸੀ, ਅੱਜ ਦਿਨ ਤਪਦਾ ਸੀ। ਤੇ ਜਿਸ ਦਿਨ ਠੰਡਾ ਹੋਵੇ, ਉਸ ਦਿਨ ਬਾਹਰ ਜਾਓ ਤੇ ਦਿਨੇ ਤੁਹਾਨੂੰ ਠੰਡ ਲੱਗੇਗੀ। ਦਿਨ ਦਾ ਤੁਹਾਡੇ ਤੇ ਅਸਰ ਹੈ, ਤਪਸ਼ ਦਾ ਅਸਰ ਹੈ, ਠੰਡਕ ਦਾ ਅਸਰ ਹੈ। ਤੇ ਅੱਜ ਦਿਨ ਭਾਗਾਂ ਵਾਲਾ ਤੇ ਇਹਦਾ ਵੀ ਅਸਰ ਹੈ। ਇਹ ਸੱਚ ਬਾਤ ਹੈ। ਪਹਾੜਾਂ ਵਿੱਚ ਜਾਓ, ਪਹਾੜਾਂ ਦੀਆਂ ਹਵਾਵਾਂ ਦਾ ਅਸਰ ਹੈ। ਬਰਫੀਲੇ ਪਹਾੜਾਂ ਵਿੱਚ ਚਲੇ ਜਾਓ, ਬਰਫ਼ ਦੀ ਹਵਾ ਤੁਹਾਨੂੰ ਸਪਰਸ਼ ਕਰਦੀ ਹੈ। ਰੇਗਿਸਤਾਨ ਵਿੱਚ ਚਲੇ ਜਾਓ, ਜੇਠ ਹਾੜ ਦੇ ਦਿਨਾਂ ਵਿੱਚ ਜੈਸਲਮੇਰ ਦੀ ਤਰਫ ਚਲੇ ਜਾਓ, ਬੀਕਾਨੇਰ ਚਲੇ ਜਾਓ, ਉੱਥੇ ਤਪ ਰਹੇ ਟਿੱਬੇ ਜਿਹੜੇ ਆ, ਰੇਤ, ਉਹਦਾ ਅਸਰ ਹੈ ਤੁਹਾਡੇ ਉੱਪਰ। ਬਾਰ-ਬਾਰ ਸਰੀਰ ਚੋਂ ਪਾਣੀ ਸੁੱਕ ਜਾਂਦਾ ਹੈ, ਕਿਉਂਕਿ ਅਸਰ ਹੈ ਦਿਨ ਦਾ। ਤੇ ਅੱਜ ਦਿਨ ਹੈ ਭਾਗਾਂ ਵਾਲਾ ਪੂਰਨਮਾਸ਼ੀ। ਇਹ ਯਾਦ ਰੱਖਿਆ ਕਰੋ, ਇਹ ਯਾਦ ਰੱਖਿਆ ਕਰੋ। ਇਹ ਦਿਨ ਭਾਗਾਂ ਵਾਲਾ, ਪੂਰਨਮਾਸ਼ੀ ਦਿਨ ਭਾਗਾਂ ਵਾਲਾ, ਕਿਉਂਕਿ ਅੱਜ ਸਾਡੇ ਪਾਤਸ਼ਾਹ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਰੱਬ ਆਇਆ ਅੱਜ ਦੇ ਦਿਨ ਇਸ ਧਰਤੀ ਤੇ, ਇੰਨਾ ਮਿਹਰਬਾਨ ਹੋਇਆ ਤੇ ਦਿਨ ਭਾਗਾਂ ਵਾਲਾ ਬਣਾ ਦਿੱਤਾ ਗੁਰੂ ਨਾਨਕ ਸਾਹਿਬ ਨੇ। ਕਲ ਧਾਰਨ ਗੁਰੂ ਨਾਨਕ ਆਇਆ, ਇਹ ਦਿਨ ਭਾਗਾਂ ਵਾਲਾ ਹੈ। ਤੇ ਜਦੋਂ ਤੁਸੀਂ ਇਸ ਦਿਨ ਉਸੇ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਆਨੰਦ ਮਾਣੋ, ਤੇ ਇਸ ਦਿਨ ਦੇ ਭਾਗਾਂ ਦਾ ਅਸਰ ਤੁਹਾਡੇ ਭਾਗਾਂ ਤੇ ਵੀ ਪੈ ਜਾਏਗਾ, ਤੁਹਾਡੇ ਤੇ ਵੀ। ਜਿਵੇਂ ਧੁੱਪ ਦਾ ਅਸਰ ਤੁਹਾਡੇ ਤੇ ਹੋਇਆ, ਠੰਡਕ ਬਰਫ਼ ਦਾ ਅਸਰ ਤੁਹਾਡੇ ਤੇ ਹੋਇਆ, ਅੱਜ ਦੇ ਭਾਗਾਂ ਦਾ ਦਿਨ ਵੀ ਤੁਹਾਡੇ, ਭਾਗਾਂ ਦਾ ਅਸਰ ਵੀ ਤੁਹਾਡੇ ਤੇ। ਭਾਗ ਉਹਦੇ ਹੋ ਜਾਣਗੇ, ਭਾਗ ਸੰਵਰ ਜਾਣਗੇ। ਇਹ ਪੂਰਨਮਾਸ਼ੀ ਦਾ ਦਿਨ। ਬਾਬਾ ਜੀ ਸਤਸੰਗੀਆਂ ਨੂੰ ਅਕਸਰ ਹੀ ਕਹਿੰਦੇ ਸੀ, ਪੂਰਨਮਾਸ਼ੀ ਦੀ ਹਾਜ਼ਰੀ ਲਗਵਾਇਆ ਕਰੋ। ਕਮ ਸੇ ਕਮ ਇੱਕ ਮਹੀਨੇ ਵਿੱਚ ਇੱਕ ਦਿਨ ਤਾਂ ਗੁਰਸਿੱਖ 4-5 ਘੰਟੇ 4-5 ਘੰਟੇ ਬਹਿ ਕੇ ਸਤਸੰਗ ਕਰੇ। ਜਿਹੜੇ ਫਿਰ ਵਿੱਚ ਦਿਨ ਕਿਤੇ ਮਿਲ ਜਾਣ, ਆਸ-ਪਾਸ ਕੋਈ ਗੁਰਮਤਿ ਸਮਾਗਮ ਹੋਣ, ਉਹ ਬਈ ਬੋਨਸ ਹੈ, ਫਿਰ ਵਾਧਾ ਹੈ। ਘਰ ਬੈਠਿਆਂ ਟੀਵੀ ਤੇ ਕਥਾ ਸੁਣ ਲਓ, ਹਰਿਮੰਦਰ ਸਾਹਿਬ ਤੋਂ ਕਥਾ ਆਉਂਦੀ ਹੈ, ਉਹ ਸੁਣੋ, ਵਾਧਾ ਤੁਹਾਡਾ ਬਈ। ਤੇ ਜਿਹੜੀ ਇਹ ਹਾਜ਼ਰੀ ਪੂਰਨਮਾਸ਼ੀ ਦੀ ਇੱਥੇ ਚੌਂਕੜਾ ਮਾਰ ਕੇ ਬਹਿ ਕੇ ਲਗਾਉਣੀ ਹੈ, ਇਹ ਭਾਗ ਉਦੇ ਹੋ ਜਾਂਦੇ ਨੇ। ਮਹਾਰਾਜ ਕਿਰਪਾ ਕਰਦੇ ਨੇ। ਸਭ ਸੰਗਤ ਮਿਲੇ ਅਰਦਾਸ ਕਰੋ, ਮੇਰੇ ਮਨੋ ਨਾ ਵਿਸਰੇ ਵਾਗੇ ਗੁਰੂ। ਸਭ ਸੰਗਤ ਮਿਲ ਅਰਦਾਸ ਕਰੋ, ਮੇਰੇ ਮਨੋ ਨਾ ਵਿਸਰੇ ਵਾਹਿਗੁਰੂ। ਸਭ ਸੰਗਤ ਮਿਲ ਅਰਦਾਸ ਕਰੋ, ਮੇਰੇ ਮਨੋ ਨਾ ਵਿਸਰੇ ਵਾਹਿਗੁਰੂ। ਸਭ ਸੰਗਤ ਮਿਲ ਅਰਦਾਸ
ਕਰੋ ਮੇਰੇ ਮਾਨੋ ਨਾ ਵਿਸਰੇ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਮਨ ਇਕਾਗਰ ਕਰਕੇ ਚਰਨਾਂ ਵਿੱਚ ਧਿਆਨ ਜੋੜ ਕੇ ਉੱਚੀ ਜਪੋ ਵਾਹਿਗੁਰੂ 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 2-3 ਮਿੰਟ ਚਰਨਾਂ ਦਾ ਧਿਆਨ ਕਰ ਲਓ ਸ਼ਬਦ ਦਾ ਜਾਪ ਕਰ ਲਓ ਵਾਹਿਗੁਰੂ 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 ਪੂਰੇ ਆਨੰਦ ਨਾਲ ਵਾਹਿਗੁਰੂ 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 ਸਤਿਗੁਰੂ ਦੇ ਚਰਨਾਂ ਦਾ ਧਿਆਨ ਵਾਹਿਗੁਰੂ 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 ਜਪੋ ਵਾਹਿਗੁਰੂ ਸਤਿਗੁਰ ਦੇ ਚਰਨਾਂ ਦਾ ਧਿਆਨ ਵਾਹਿਗੁਰੂ 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 ਹਰ ਚਰਨ ਸਰੇਵਤ ਵਾਹਿਗੁਰੂ ਹਰ ਚਰਨ ਸਰੇਵਤ ਦੁੱਖ ਗਿਆ ਕਰੋ ਵਿਚਾਰ ਅੰਦਰ ਧਿਆਨ ਚਰਨਾਂ ਦਾ ਇਹ ਮੈਂ ਨਹੀਂ ਕਹਿੰਦਾ ਸਤਿਗੁਰਾਂ ਦੀ ਬਾਣੀ ਧੁਰ ਕੀ ਬਾਣੀ ਕਹਿੰਦੀ ਚਰਨ ਵਸ ਗਏ ਵਾਹਿਗੁਰੂ 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 ਵਾਹਿਗੁਰੂ
जो बाणी कहती ओनू सुन के अंदरों कह दियो भी गल ये ठीक है। हर चरण कहते रहो वाहिगुरु, हर चरण सरेवत दुख गया, दुख गया। चरना नू सरेवंदिया कहते दुख चले जाते हैं। कहता जी पार ब्रह्म की कृपा किवें हुंदी है? कहते यही ढंग है। पार ब्रह्म प्रभ करी माया, ओने माया की। वाहिगुरु 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 वाहिगुरु। चरना दा ध्यान। वाहिगुरु 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 वाहिगुरु। बड़ा आनंद चरना च मन। गुरसिख दी इयों निभ जाए ते कल युग नहीं आ सकदा चरना विच। वाहिगुरु मन रे प्रभु की शरण विचारो। मन रे प्रभु की शरण विचारो, मन रे प्रभु की शरण विचारो, मन रे प्रभु की शरण विचारो, मन रे प्रभु की शरण विचारो। मन रे प्रभु की शरण विचार, मन रे प्रभु की शरण विचारो, 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 प्रभु की
शरण विचारो, प्रभु की शरण विचारो। प्रभु की शरण विचारो, प्रभु की शरण विचारो। जेह सिमरत गण कासी उतरी, जेह सिमरत गण कासी उतरे। जेह सिमरत गण कासी उतरी, जेह सिमरत गण कासी उतरी। तांको जस उरधारा, तांको जस उरधारो, तांको जस उरधारो। तांको जस उरधारो। मन रे प्रभु की शरण विचारो, मन रे प्रभु की शरण विचारो, प्रभु की शरण विचारो, प्रभु की शरण विचारो, प्रभु की शरण विचारो, प्रभु की शरण विचारो। मन रे प्रभु की शरण विचारो, मन रे प्रभु की शरण विचारो। अटल पयो त्रुजा के सिमरन, अर निर्भय पद पाया। अटल पयो त्रुजा के सिमरन, हर निर्भय पद पाया। दुख हरता एह बिद को स्वामी, तै कागे बिसराया, तै कागे बिसराया। तै कागे बिसराया। मन रे प्रभु की शरण विचारो, मन रे प्रभु की शरण विचारो। साहब श्री गुरु तेग बहादुर जी बचन करते ने, ऐ मेरे मन तू प्रभु दी शरण विचार। जिवें शरण गनका ने ले ली, गनका वेश्वासी ओने शरण लई, ओदा उद्धार हो गया। जे सिमरत गनका सी उधरी। देखो उदाहरणा दे दे के समझा रहे ने साहब श्री गुरु तेग बहादुर जी। कथा सुना सुना के समझा रहे ने। कहने जेह सिमरत गनका सी उतरी, जेह सिमरत गनका सी उतरे। तांको जस उरधारो। कहंदे उसे दा जिस नूं सिमर के गनका वर्गा गंदा जीवन भी पवित्र हो गया। ओदा घर ते ओदा जीवन नरक बन चुकिया सी ते भाई साहब अखीर ते कहंदे ने गई बैकुंठ बिवान चढ़।
ਕਹਿੰਦੇ ਨੇ ਐਸਾ ਐਸਾ ਸਿਮਰਨ, ਐਸਾ ਆਰਾਧਨ ਕੀਤਾ। ਕਹਿੰਦੇ ਨੇ ਗਈ ਬੈਕੁੰਠ ਬਿਬਾਨ ਚੜ, 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 ਨਰਕੈ ਵਿੱਚ ਨਾ ਖਾਦੋ ਸੁਗੋਤਾ, 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 ਓ ਨਰਕੈ ਵਿੱਚ ਨਾ ਖਾਦੋ ਸੁਗੋਤਾ, ਨਰਕੈ ਵਿੱਚ ਨਾ ਖਾਦੋ ਸੁਗੋਤਾ, ਓਨੇ ਨਰਕੈ ਵਿੱਚ ਨਾ, ਨਰਕੈ ਵਿੱਚ ਨਾ ਖਾਦੋ ਸੁਗੋਤਾ, ਨਰਕੈ ਵਿੱਚ ਨਾ ਖਾਦੋ ਸੁਗੋਤਾ, ਓ ਜੀਵਨ ਤਾਂ ਨਰਕਾਂ ਵਾਲਾ ਹੀ ਸੀ, ਜੀਵਨ ਤਾਂ ਨਰਕ ਬਣ ਗਿਆ ਸੀ, ਪਰ ਸੰਤ ਮਿਲ ਗਏ, ਨਾਮ ਦੇ ਗਏ ਰਾਮ ਦਾ, ਜਪਿਆ ਕਰ। ਨਰਕੇ ਵਿੱਚ ਨਾ ਖਾਦੋ ਸੁਗੋਤਾ, ਨਰਕੈ ਵਿੱਚ ਨਾ ਖਾਦੋ ਸੁਗੋਤਾ, ਓ ਨਰਕੇ ਵਿੱਚ ਨਾ ਖਾਦੋ ਸੁਗੋਤਾ, ਨਰਕੈ ਵਿੱਚ ਨਾ ਖਾਦੋ ਸੁਗੋਤਾ, ਗਈ ਬੈਕੁੰਠ ਬਿਬਾਨ ਚੜ, ਗਈ ਬੈਕੁੰਠ ਬਿਬਾਨ ਚੜ, ਗਈ ਬੈਕੁੰਠ ਬਿਬਾਨ ਚੜ, ਸਾਰੇ ਜਪੋ। ਗਈ ਬੈਕੁੰਠ ਬਿਬਾਨ ਚੜ, ਗਈ ਬੈਕੁੰਠ ਬਿਬਾਨ ਚੜ, ਗਈ ਬੈਕੁੰਠ ਬਿਬਾਨ ਚੜ, ਗਨ ਕਾ ਗਈ ਗਈ ਬੈਕੁੰਠ ਬਿਬਾਨ ਚੜ, ਗਈ ਬੈਕੁੰਠ ਬਿਬਾਨ ਚੜ, ਕਹਿੰਦੇ ਗਈ ਬੈਕੁੰਠ ਬਿਬਾਨ ਚੜ, ਨਰਕੈ ਵਿੱਚ ਨਾ ਖਾਦੋ ਸੁਗੋਤਾ, ਨਰਕਾਂ ਵਿੱਚ ਫਿਰ ਗੋਤਾ ਨਾ ਖਾਇਆ, ਨਰਕਾਂ ਦੇ ਸਾਗਰ ਵਿੱਚ ਉਹਦਾ ਗੋਤਾ ਨਾ ਲੱਗਿਆ, ਭਾਵ ਡੁੱਬੀ ਨਾ ਫਿਰ ਨਰਕਾਂ 'ਚ, ਚੜੀ ਗਈ, ਚਲੀ ਗਈ, ਬਿਬਾਨ ਤੇ ਚੜ ਕੇ ਗਈ। ਕਹਿੰਦੇ ਜੇ ਸਿਮਰਤ ਗਨ ਕਾਸੀ ਉਤਰੀ, ਜੇ ਸਿਮਰਤ ਗਨ ਕਾਸੀ ਉਤਰੀ, ਤਾਂ ਕੋ ਜਸ ਔਰ ਧਾਰੋ, ਤਾਂ ਕੋ ਜਸ ਔਰ ਧਾਰੋ, ਮਨ ਰੇ ਪ੍ਰਭ ਕੀ ਸਰਨ ਵਿਚਾਰ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਨੌਵੇਂ ਪਾਤਸ਼ਾਹ ਕਹਿੰਦੇ ਨੇ ਮੈਂ ਤੈਨੂੰ ਬਾਰ-ਬਾਰ ਤਾਂ ਕਹਿ ਰਿਹਾ, ਦੇਖ ਜੋ ਕੁਛ ਵਾਪਰ ਚੁੱਕਿਆ, ਇੰਨੇ ਗੰਦੇ ਜੀਵਨ ਨੇ ਵੀ ਸ਼ਰਨ ਲੈ ਲਈ, ਉਹਦਾ ਉਧਾਰ ਹੋ ਗਿਆ, ਉਹਦਾ ਜਸ ਤੂੰ ਵੀ ਉਧਾਰ ਹਿਰਦੇ ਵਿੱਚ ਧਾਰਨ ਕਰ ਲੈ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। जब की शरण गही किरपा निध। ਵੇਖੋ ਨੌਵੇਂ ਪਾਤਸ਼ਾਹ ਕਿੰਨੀ ਕਿਰਪਾ ਕਰਦੇ ਨੇ।
ਅਗਾਂਹ ਫਿਰ ਸਮਝਾ ਰਹੇ ਨੇ ਕਿ ਇਹ ਜਿਹੜੀ ਸ਼ਰਨ ਲੈਣ ਦੀ ਗੱਲ ਮੈਂ ਕਰ ਰਿਹਾ, ਇਹ ਇਨਸਾਨ ਝਾਤੀ ਮਾਰ ਇੱਕ ਗੱਲ ਤੈਨੂੰ ਹੋਰ ਦੱਸਦਾ। ਜਬ ਕੀ ਸਰਨ ਗਹੀ ਕਿਰਪਾ ਨਿਤ ਗੱਜ ਕਰਾਤੇ ਛੂਟਾ। ਸਾਹਿਬ ਕਹਿੰਦੇ ਨੇ ਜਦੋਂ ਇੱਕ ਹਾਥੀ ਪਾਣੀ ਪੀਣ ਆਇਆ, ਹਾਥੀ ਤੇ ਤੰਦੂਏ ਨੇ ਉਹਦੇ ਪੈਰਾਂ ਨੂੰ ਜਕੜ ਲਿਆ। ਹਾਥੀ ਨੇ ਬੜੀ ਕੋਸ਼ਿਸ਼ ਕੀਤੀ, ਨਾ ਨਿਕਲਣ ਦਿੱਤਾ ਬਾਹਰ। ਕਿਤੇ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਐਵੇਂ ਜਕੜ ਗਏ ਹੋ ਜੀਵਨ 'ਚ, ਬਾਹਰ ਨਹੀਂ ਨਿਕਲਿਆ ਜਾਂਦਾ? ਦੇਖੋ, ਨਾ ਤਾਂ ਹਾਥੀ ਤੋਂ ਕੁਝ ਲੈਣਾ ਹੈ ਗੁਰੂ ਨੇ, ਨਾ ਗਰਾਹ ਤੋਂ ਲੈਣਾ। ਗੱਲ ਤੁਹਾਡੀ ਹੈ, ਸਮਝਾਈ ਤੁਹਾਨੂੰ। ਝਾਤ ਮਾਰੋ। ਜੇ ਗਨਕਾ ਦੀ ਉਦਾਹਰਣ ਦਿੱਤੀ ਹੈ ਤੇ ਬੜੇ ਗਹਿਰੇ ਵਿੱਚ ਇਸ਼ਾਰਾ ਕਿ ਕਿਤੇ ਨਾ ਕਿਤੇ ਥੋੜੇ ਪੁਆਇੰਟ ਤੇ ਥੋੜੀ ਪਰਸੈਂਟੇਜ ਵਿੱਚ 100% ਗਨਕਾ ਦਾ ਨਰਕ ਨਹੀਂ, ਪਰ 1-2% ਤਾਂ ਤੇਰਾ ਨਰਕੀ ਜੀਵਨ ਹੈ। ਗਨਕਾ ਦਾ 100% ਮੰਨ ਲਓ। ਇੱਥੇ ਇਸ਼ਾਰਾ ਗਹਿਰਾ ਸਮਝਣਾ ਗੁਰਬਾਣੀ ਦਾ ਕਿ 1-2% ਤਾਂ ਤੇਰੇ 'ਚ ਵੀ ਗੁਨਾਹ ਹੈ। ਤੇ ਅੱਗੇ ਸਮੱਸਿਆ ਤਾਂ ਇਹ ਆ ਗਈ ਮਨ ਵਿੱਚ ਵੀ ਹਾਂ ਗੁਨਾਹ, ਇਹਦਾ ਪਾਰ ਉਤਾਰਾ ਕਿਵੇਂ? ਨਵੇਂ ਪਾਤਸ਼ਾਹ ਕਹਿੰਦੇ ਨੇ ਜੇ ਸਿਮਰਤ ਗਨਕਾ ਸੀਤਰੇ ਤਾਂਕੋ ਜਸ ਉਰਧਾਰੋ, ਉਹਦਾ ਜਸ ਤੂੰ ਵੀ ਕਰ। ਹੁਣ ਆਗਾਂ ਵਾਲੀ ਉਦਾਹਰਣ ਦੇ ਰਹੇ ਨੇ ਹਾਥੀ ਦੀ ਤੇ ਗਰਾਹ ਦੀ। ਪਹਿਲਾਂ ਵੀ ਸਾਡੇ ਜੀਵਨ ਦੀ ਗੱਲ ਕਹੀ, ਗਨਕਾ ਦੀ ਗੱਲ ਕਹਿ ਕੇ, ਤੇ ਹੁਣ ਵੀ ਸਾਡੇ ਜੀਵਨ ਦੀ ਗੱਲ ਕਹਿ ਰਹੇ ਨੇ ਕਿ ਗੱਜ ਗਰਾਹ ਤੇ ਛੂਟਾ। ਜਦੋਂ ਉਹਨੇ ਸ਼ਰਨ ਲੈ ਲਈ, ਭਾਵ ਹਾਥੀ ਉਸ ਤੰਦੂਏ ਤੋਂ ਤਾਂ ਛੁੱਟਿਆ ਜਦੋਂ ਸ਼ਰਨ ਮਨ ਵਿੱਚ ਹੀ ਆਰਾਧਨ ਕੀਤਾ। ਮਨ ਵਿੱਚ ਹੀ ਆਰਾਧਨ ਕੀਤਾ। ਹਾਥੀ ਡੁੱਬਦਾ ਜਾ ਰਿਹਾ। ਕਦੇ ਹਾਥੀ ਬਾਹਰ ਆਉਂਦਾ, ਤੰਦੂਆ ਫਿਰ ਖਿੱਚ ਲੈਂਦਾ। ਆਖਰ ਸ਼ਾਸਤਰ ਕਹਿੰਦੇ ਨੇ ਕਿ ਤੰਦੂਏ ਦੀ ਖੁਰਾਕ ਤਾਂ ਪਾਣੀ ਵਿੱਚ ਹੀ ਹੈ, ਤੇ ਹਾਥੀ ਨਿਰਬਲ ਹੋ ਗਿਆ, ਉਹਦੀ ਖੁਰਾਕ ਤਾਂ ਜੰਗਲ ਵਿੱਚ ਹੈ। ਜੰਗ ਹੁੰਦਾ ਲੜਾਈ ਹੁੰਦੀ ਹਾਥੀ ਨਿਰਬਲ ਹੋ ਗਿਆ। ਜਦੋਂ 5, 7, 10 ਦਿਨ ਇਹਨਾਂ ਦਾ ਯੁੱਧ ਹੁੰਦਾ ਰਿਹਾ, ਹਾਥੀ ਨਿਰਬਲ ਹੋ ਗਿਆ। ਉਹਨੇ ਖੁਰਾਕ ਨਹੀਂ ਖਾਧੀ ਇੰਨੇ ਦਿਨ। ਤੇ ਤੰਦੂਏ ਦਾ ਆਹਾਰ ਜੀਵਨ ਪਾਣੀ ਵਿੱਚ ਹੀ ਹੈ, ਉਹ ਆਪਣੇ ਘਰ ਵਿੱਚ ਹੈ। ਆਖਰ ਜਦੋਂ ਹਾਥੀ ਨਿਰਬਲ ਹੋਇਆ, ਖਿੱਚ ਲਿਜਾ ਰਿਹਾ ਅੰਦਰ, ਤੇ ਹੁਣ ਸੁੰਡ ਰਹਿ ਗਈ ਬਾਹਰ, ਹਾਥੀ ਡੁੱਬ ਗਿਆ। ਤੁਹਾਨੂੰ ਲੱਗਦਾ ਨਹੀਂ ਕਦੇ ਕਿ ਇੰਨੇ ਕਸ਼ਟਾਂ ਵਿੱਚ ਡੁੱਬ ਗਏ ਹੋ? ਜਿੰਨੀ ਹਾਥੀ ਦੀ ਕਥਾ ਉਨੀ ਆਪਣੇ ਆਪ ਨਾਲ ਟੁਕਾ ਲਿਆ ਕਰੋ। ਹਾਥੀ ਦੇ ਪੈਰਾਂ ਨੂੰ ਤੰਦੂਏ ਨੇ ਆਪਣੀਆਂ ਤਾਰਾਂ ਨਾਲ ਵੜ ਲਿਆ। ਕੋਈ ਨਾ ਕੋਈ ਸੰਕਟ ਕਸ਼ਟ ਤੁਹਾਡੇ ਲਈ ਵੀ ਤਾਂ ਤੰਦੂਆ ਬਣ ਕੇ ਆ ਜਾਂਦਾ ਹੈ ਨਾ। ਕਸ਼ਟ ਜਾਂ ਸੰਕਟ ਆਪਣੀਆਂ ਤਾਰਾਂ ਨਾਲ ਤੁਹਾਡੇ ਪੈਰਾਂ ਨੂੰ ਜਕੜ ਲੈਂਦਾ ਨਾ, ਲੈ ਜਾਂਦਾ ਥੱਲੇ ਨੂੰ। ਲੱਗਦਾ ਜੀਵਨ ਚ ਡੁੱਬ ਗਏ, ਲੱਗਦਾ ਸਮਾਜ ਚ ਡੁੱਬ ਚੱਲੇ। ਹਾਥੀ ਡੁੱਬ ਚੱਲਿਆ। ਆਖਰ ਪਿਛਲੇ ਜਨਮ ਦਾ ਉਹ ਰਿਸ਼ੀ ਸੀ। ਦੋਨੋਂ ਹੀ ਗੁਰ ਭਾਈ ਸਨ। ਤੰਦੂਆ ਵੀ ਰਿਸ਼ੀ ਸੀ, ਹਾਥੀ ਵੀ ਰਿਸ਼ੀ ਸੀ। ਦਕਸ਼ਣਾ ਤੋਂ ਮਨ ਵਿੱਚ ਇਤਰਾਜ਼ ਹੋ ਗਿਆ। ਇੱਕ ਨੇ ਕਿਹਾ, ਕਿਉਂ
ਤੰਦੂਏ ਵਾਂਗੂ ਤਾਰਾਂ ਵਧਾਈਆਂ ਨੇ, ਭਾਵ ਮੋਹ ਦੀਆਂ ਤੜਾਮਾਂ ਕਿਉਂ ਵਧਾ ਲਈਆਂ ਨੇ ਸਾਧੂ ਹੋ ਕੇ। ਦੂਜਾ ਕਹਿੰਦਾ ਮੈਨੂੰ ਤੰਦੂਆ ਕਿਹਾ, ਓਏ ਤੂੰ ਹਾਥੀ ਵਾਂਗੂ ਰੱਜਿਆ ਹੀ ਨਹੀਂ ਅਜੇ ਤੱਕ। ਇਹ ਦਸ਼ਣਾ ਲੈ ਕੇ ਤੇ ਚੰਗਾ ਫਿਰ ਹਾਥੀ ਬਣੀ ਤੂੰ, ਤੰਦੂਆ ਬਣਾਂਗਾ ਮੈਂ, ਕਿਉਂਕਿ ਬਚਨ ਤਾਂ ਆਪਣੇ ਦੋਨਾਂ ਦੇ ਵਾਂਝੇ ਨਹੀਂ ਜਾਣੇ, ਐਵੇਂ ਨਹੀਂ ਜਾਣੇ, ਅਜਾਈ ਨਹੀਂ ਜਾਣੇ। ਤੰਦੂਆ ਮੈਂ ਬਣਾਂਗਾ, ਹਾਥੀ ਤੂੰ ਬਣੀ, ਪਾਣੀ ਪੀਣ ਆਵੇਂਗਾ ਤੇ ਫਿਰ ਬਦਲਾ ਲਵਾਂਗਾ। ਉਹ ਸਮਾਂ ਆ ਗਿਆ, ਖਿੱਚ ਲਿਆ, ਡੁੱਬ ਚੱਲਿਆ, ਡੁੱਬ ਚੱਲਿਆ। ਹੁਣ ਇੰਨੇ ਦੁੱਖ ਵਿੱਚ ਮੌਤ ਦਿਸਦਿਆਂ ਪਿਛਲਾ ਜਨਮ, ਮੌਤ ਦਿਸਦਿਆਂ ਪਿਛਲੇ ਜਨਮ ਦੀ ਯਾਦ ਆ ਗਈ। ਓਹੋ, ਮੈਂ ਤੇ ਇਹ ਤਾਂ ਉਹੀ ਹੈ। ਉਸੇ ਸਮੇਂ ਉਸ ਪਾਣੀ ਵਿੱਚ ਫੁੱਲ ਖਿੜੇ ਹੋਏ ਨੇ ਕਮਲ ਦੇ, ਤੇ ਹਾਥੀ ਨੇ ਸੁੰਡ ਨਾਲ ਕਮਲ ਫੁੱਲ ਤੋੜਿਆ ਹੈ। ਹੁਣ ਸਰੀਰ ਦੂਜਾ ਹੈ, ਸਰੀਰ ਹਾਥੀ ਦਾ ਹੈ, ਪਰ ਹੁਣ ਸੋਝੀ ਰਿਸ਼ੀ ਵਾਲੀ ਹੈ, ਪਿਛਲੇ ਜਨਮ ਦੀ ਸੋਝੀ ਹੈ। ਮਹਾਤਮਾ ਬੁੱਧ ਨੇ ਵੀ ਇੱਕ ਵਾਰ ਕਿਹਾ ਸੀ, ਮੇਰਾ ਪਿਛਲਾ ਜਨਮ ਹਾਥੀ ਦਾ ਸੀ, ਹਾਥੀ ਦਾ ਸੀ। ਮਹਾਤਮਾ ਬੁੱਧ ਨੇ ਇਹ ਘੋਸ਼ਣਾ ਕੀਤੀ ਹੋਈ ਹੈ। ਲਾਰਡ ਬੁੱਧਾ ਕਹਿੰਦੇ ਨੇ ਕਿ ਮੇਰਾ ਇਸ ਤੋਂ ਪਹਿਲਾ ਜਿਹੜਾ ਜਨਮ ਸੀ ਉਹ ਹਾਥੀ ਦਾ ਸੀ। ਇੱਕ ਜੀਵ ਤੇ ਦਇਆ ਕੀਤੀ ਸੀ। ਮੈਂ ਹਾਥੀ ਸੀ, ਹਿੰਸਕ ਨਹੀਂ ਸੀ। ਜੰਗਲ 'ਚ ਅੱਗ ਲੱਗ ਗਈ, ਸਾਰੇ ਨੱਠੇ। ਇਹ ਮਹਾਤਮਾ ਬੁੱਧ ਕਹਿੰਦੇ ਨੇ, ਆਪਣੀ ਕਥਾ ਸੁਣਾਉਂਦੇ ਨੇ। ਦਸਮ ਪਾਤਸ਼ਾਹ ਕਹਿੰਦੇ ਨੇ, ਮੈਂ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਸੀ। ਮਹਾਤਮਾ ਬੁੱਧ ਕਹਿੰਦੇ ਨੇ, ਮੈਂ ਹਾਥੀ ਸੀ। ਉਹ ਕਹਿੰਦੇ ਜੰਗਲ 'ਚ ਲੱਗੀ ਅੱਗ, ਜਾਨਵਰ ਨੱਠੇ ਆਪਣੇ ਆਪ ਨੂੰ ਬਚਾਉਣ ਲਈ, ਤੇ ਕਹਿੰਦੇ ਮੇਰਾ ਪੈਰ ਉੱਠਿਆ, ਛੋਟੇ ਵੱਡੇ ਜਾਨਵਰ ਵੀ ਨੱਠੇ। ਅੱਗ ਲੱਗ ਗਈ ਸੀ, ਭਿਅੰਕਰ ਅੱਗ ਲੱਗ ਗਈ ਸੀ। ਉਸ ਜੰਗਲ ਦੇ ਮੱਧ ਵਿੱਚੋਂ ਸਾਰੇ ਨੱਠੇ, ਮੈਂ ਵੀ ਨੱਠਿਆ, ਉਹ ਵੀ ਨੱਠੇ। ਜਲਦਿਆਂ ਹੋਇਆਂ ਦਰਖਤ ਵਰਕਸ਼ ਗਿਰਿਆ ਨੀਚੇ। ਮੇਰੇ ਕਦਮ ਥੋੜੇ ਰੁਕੇ, ਜਿਹੜਾ ਮੈਂ ਪੈਰ ਚੁੱਕਿਆ ਸੀ ਉਹ ਚੁੱਕਿਆ ਰਹਿ ਗਿਆ, ਤੇ ਅੱਗੇ ਦਰਖਤ ਡਿੱਗਿਆ ਹੋਇਆ ਜਲ ਰਿਹਾ ਸੀ। ਮੈਂ ਆਪਣੀ ਦਿਸ਼ਾ ਬਦਲਣੀ ਸੀ, ਉੱਥੇ ਖਰਗੋਸ਼ ਆ ਗਿਆ। ਉਹਨੇ ਸੋਚਿਆ ਕੋਈ ਛੱਤ ਹੈ ਮੇਰੇ ਪੈਰ ਥੱਲੇ, ਉਹਨੇ ਸ਼ਰਨ ਲੈ ਲਈ। ਮੈਂ ਸੋਚਿਆ ਜੇ ਮੈਂ ਹੁਣ ਪੈਰ ਰੱਖਦਾ ਹਾਂ ਮਰ ਜਾਏਗਾ, ਜੇ ਚੁੱਕਦਾ ਹਾਂ ਇਹਨੂੰ ਅੱਗ ਲੱਗ ਜਾਏਗੀ। ਮੈਨੂੰ ਆਪਣੀ ਮੌਤ ਦਾ ਖਿਆਲ ਨਾ ਰਿਹਾ, ਕਿਉਂਕਿ ਮੈਂ ਪਹਿਲਾਂ ਤੋਂ ਹੀ ਦਇਆਵਾਨ ਸੀ। ਮੇਰਾ ਸੁਭਾਅ ਹਾਥੀ ਹੁੰਦਿਆਂ ਵੀ ਦਇਆਵਾਨ ਸੀ। ਮੈਂ ਜੀਵਾਂ ਦਾ ਖੂਨ ਨਹੀਂ ਸੀ ਕਦੇ ਕਰਦਾ। ਕਹਿੰਦੇ ਐਵੇਂ ਹੀ ਪੈਰ ਰੱਖਿਆ, ਉਹ ਖਰਗੋਸ਼ ਬਚ ਗਿਆ, ਜਲਣ ਨਹੀਂ ਦਿੱਤਾ। ਜਦੋਂ ਮੇਰੀ ਮ੍ਰਿਤਿੂ ਹੋਈ, ਅੱਗ ਲੱਗ ਗਈ, ਮੈਨੂੰ ਮ੍ਰਿਤਿੂ ਹੋਈ, ਜਨਮ ਹੋਇਆ, ਤੇ ਮਹਾਤਮਾ ਬੁੱਧ, ਮੈਂ ਗੌਤਮ ਸੀ, ਸਿਧਾਰਥ ਸੀ। ਉਸ ਰਿਸ਼ੀ ਨੂੰ ਯਾਦ ਆਇਆ, ਮੇਰਾ ਜਨਮ ਰਿਸ਼ੀ ਦਾ, ਇਹ ਜਨਮ ਹਾਥੀ ਦਾ, ਪਰ ਖੇਲ ਤਾਂ ਇਹ ਹੈ ਉਹਨੇ ਕਮਲ ਫੁੱਲ ਤੋੜਿਆ। ਹੁਣ ਸੂਝ-ਬੂਝ ਰਿਸ਼ੀ ਵਾਲੀ ਹੈ, ਸਰੀਰ ਹਾਥੀ ਵਾਲਾ ਹੈ, ਤੇ ਕਮਲ ਫੁੱਲ ਭੇਟਾ ਕਰ ਰਿਹਾ। ਕਿਹਨੂੰ? ਮੈਂ ਤੇਰੀ ਸ਼ਰਨ ਵਿੱਚ, ਤੇਰੀ ਸ਼ਰਨ ਵਿੱਚ, ਮੈਂ ਤੇਰੀ ਸ਼ਰਨ ਆ ਗਿਆ। हे प्रभु, मैं तेरी शरण। प्रभ की शरण विचारो, प्रभ की शरण विचारो, प्रभ की शरण सारे विचारो, प्रभ की शरण विचारो।
ਵਿਚਾਰੋ ਜਿਹਦੀ ਵਿਚਾਰ ਕਿਨੇ ਕੀਤੀ? ਜਿਹੜੀ ਸ਼ਰਨ ਦੀ ਵਿਚਾਰ ਹੁਣ ਗੱਜ ਕਰ ਰਿਹਾ, ਹਾਥੀ ਕਰ ਰਿਹਾ, ਉਹਦੀ ਸ਼ਰਨ ਵਿਚਾਰੋ। ਤੁਸੀਂ ਵੀ ਵਿਚਾਰੋ। ਉਹ ਗਿਆ ਨਹੀਂ ਹੈ, ਦੇਖੋ ਕਹਾਣੀ ਵਿੱਚ ਬੜੀ ਬਰੀਕੀ ਹੈ। ਉਹ ਗਿਆ ਨਹੀਂ ਕਿਤੇ ਮੰਦਰ, ਗਿਆ ਨਹੀਂ ਗੁਰਦੁਆਰੇ, ਗਿਆ ਨਹੀਂ ਕਿਸੇ ਪਾਸ, ਵਿਚਾਰਿਆ, ਵਿਚਾਰ ਹੀ ਕੀਤਾ ਹੈ। ਨੌਵੇਂ ਪਾਤਸ਼ਾਹ ਕਹਿੰਦੇ ਤੈਨੂੰ ਵੀ ਮੈਂ ਵਿਚਾਰ ਕਰਨ ਲਈ ਕਹਿ ਰਿਹਾ। प्रभ की शरण विचारो, प्रभ की शरण विचारो, ऊंची ऊंची प्रभ की शरण विचारो, 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 प्रभ की शरण विचारो। जेड़े हाथी ने शरण विचारी, वो कहते ग्राह तो छुट गया। भगवान परमेश्वर आप आया, आप आया, ओदे पैरां दियां सारियां बेड़ियां कट दित्तियां, ओदा उद्धार किया। नौवीं पातशाह कहते जब ही सन गही कृपा निध गज ग्राते छूटा। जदों ने शरण ले ली गज ने, वो ग्राह तो छुट गया। कहंदे ऐसी शरण तैनू कह रहा ले ले, तू भी ले ले। दुखां समय शरण ले, तेनू कष्ट आया शरण ले। किन्ना किन्नी दया कर रहे ने गुरु ग्रंथ साहब साडे ते। साडे दुखां दा समाधान बार बार दस रहे ने, असी बार बार भुले, असी बार बार भिखारी बने। कदे किसे द्वारे ते बने, कदे किसे द्वारे ते बने। बंदा तो वो है जिहड़ा गुरु ग्रंथ साहब की शरण रहे, किते ना जावे। ये गुरु नानक साहब ने भिखारियां दी जमात नहीं सी बनाई, और राजियां दी जमात है, बादशाहां दी। तुसी बादशाह दे पुत्र हो, तुसी रब दे बेटे हो, तुसी गुरु नानक साहब दे सिख हो, तुसी 10वें पातशाह दे सिख हो, तुसी गुरु ग्रंथ साहब जी दे सिख हो। तुसी दर दर ते मत्थे झुकावो, नक रगड़ो जा जाके पीरां दियां कबरां ते इधर उधर ना। महाराज परमेश्वर दी, अकाल पुरख दी शरण दी किन्नी महिमा करके समझा रहे बार बार भी। तू भी ले ये शरण, तू भी सोच ये शरण, तू भी विचार। कहने जब ही शरण गहे कृपा निध। गही दा मतलब पकड़ी, गही दा अर्थ शरण पकड़ ले, ग्रहण कर ले। कहने जब ही शरण गहे कृपा निध गज ग्राते छूटा। महिमा नाम कहाँ लो बरनो। कहंदे कित्थों तक महिमा सुनावा तैनूं। नौवीं पातशाह किन्नी एकाग्रता नाल किरपा कर रहे साडे ते। इस सहब श्री गुरु तेग बहादुर जी दा शब्द है। अज वो दिन है जिस दिन ए संत वाल्मीकि जी जिन्हां दा जन्म होया अज दे दिन, अज वो भी दिन ते ए संत वाल्मीकि जी की कथा भी तुहानू शरण लैण की गल महिमा दृढ़ कराउंदी है कि जदों
ਮਾਇਆ ਦੀ ਸ਼ਰਨ ਵਿੱਚ ਪੈਸਿਆਂ ਵਾਸਤੇ ਇੱਧਰ ਉੱਧਰ ਫਿਰਦਾ ਸੀ ਤਾਂ ਕਾਤਲ ਬਣ ਗਿਆ, ਕਾਤਲ। ਤੇ ਜਦੋਂ ਸਾਧੂਆਂ ਦਾ ਸੰਗ ਹੋਇਆ, ਸਾਧੂਆਂ ਦਾ ਸੰਗ ਹੋਇਆ ਤੇ ਕੀ ਹੋਇਆ? ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਜੀਓ, ਪਾਪਾਂ ਦਾ ਪਹਾੜ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਰੀ ਕਥਾ ਲਿਖ ਕੇ ਸਮਾਂ ਨਹੀਂ ਹੈ ਹੁਣ, ਸਮਾਂ ਨਹੀਂ। ਅਖੀਰ ਦੀ ਤੁਕ ਚ ਕਹਿੰਦੇ ਨੇ, ਗੁਰਮੁਖ ਲੰਘੇ ਪਾਪ ਪਹਾੜਾ। ਉਹ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਉਹ ਵਾਲਮੀਕ ਜਿਹਨੂੰ ਧਾੜਵੀ ਕਹਿੰਦੇ ਸਨ ਲੋਕ, ਉਹ ਪਾਪਾਂ ਦੇ ਪਹਾੜ ਹੀ ਬਣ ਗਏ ਸੀ ਉਹਦੇ। ਜਿਵੇਂ ਗਨਕਾ ਦਾ ਜੀਵਨ ਨਰਕਾਂ ਦਾ ਸਰੋਵਰ ਬਣ ਗਿਆ, ਇਧਰ ਵਾਟੈ ਮਾਨਸ ਮਾਰਦਾ ਬੈਠਾ ਮਾਲ ਵਾਲਮੀਕ ਬਟਵਾਰਾ, ਇਹ ਧਾੜਵੀ ਬਣ ਗਿਆ, ਪਹਾੜ ਹੀ ਬਣਾ ਲਏ ਪਾਪਾਂ ਦੇ। ਕਹਿੰਦੇ ਇੱਕ ਸਾਧੂ ਦਾ ਸੰਗ ਹੋਇਆ, ਸੰਤਾਂ ਦਾ ਸੰਗ ਹੋਇਆ। ਉਹਨਾਂ ਨੇ ਕਿਹਾ ਜਾ ਘਰ ਤੋਂ ਪੁੱਛ ਕੇ ਆ, ਜਿਹੜੇ ਪਾਪ ਕਰਦਾ ਤੈਨੂੰ ਸਾਥ ਦੇਵੇਗੀ ਤੇਰੀ ਪਤਨੀ, ਤੈਨੂੰ ਸਾਥ ਦੇਵੇਗੀ ਤੇਰੀ ਮਾਤਾ, ਤੈਨੂੰ ਸਾਥ ਦੇਣਗੇ ਤੇਰੇ ਬੱਚੇ। ਜਦੋਂ ਗਿਆ ਪੁੱਛ ਕੇ ਆਇਆ, ਕਹਿੰਦਾ ਜੀ ਕਿਸੇ ਨੇ ਸਾਥ ਦੇਣ ਵਾਸਤੇ ਹਾਂ ਨਹੀਂ ਕੀਤੀ। ਕਹਿੰਦੇ ਫਿਰ ਅਸੀਂ ਤੈਨੂੰ ਸਾਥ ਦੇਣ ਦੀ ਹਾਂ ਕਰਦੇ ਆ। ਢਹਿ ਪਿਆ ਚਰਨਾਂ ਤੇ, ਕਹਿੰਦਾ ਮਹਾਰਾਜ ਮੇਰੀ ਮਾਂ ਨੇ ਹਾਂ ਨਹੀਂ ਕੀਤੀ, ਪਤਨੀ ਨੇ ਹਾਂ ਨਹੀਂ ਕੀਤੀ, ਧੀਆਂ ਪੁੱਤਾਂ ਨੇ ਹਾਂ ਨਹੀਂ ਕੀਤੀ, ਤੁਸੀਂ ਹਾਂ ਕਰਦੇ ਹੋ? ਕਹਿੰਦੇ ਹਾਂ। ਕਹਿੰਦੇ ਕਿਵੇਂ? ਕਹਿੰਦੇ ਰਾਮ ਰਾਮ ਜਪਿਆ ਕਰ, ਤੇਰੇ ਪਾਪਾਂ ਦੇ ਪਹਾੜ ਹੀ ਖਤਮ ਹੋ ਜਾਣਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਲੰਘੇ ਪਾਪ ਪਹਾੜਾਂ। ਪਹਾੜ ਹੀ ਜਿਹੜੇ ਬਣ ਗਏ ਹੋਏ ਸੀ ਪਾਪ, ਉਹ ਸਾਰੇ ਹੀ ਲੰਘ ਗਏ, ਉਹ ਸਾਰੇ ਹੀ ਲੰਘ ਗਏ। ਪਾਪ ਤਾਂ ਕੀ, ਹੁਣ ਤਾਂ ਇੰਨੇ ਨਿਰਮਲ ਹੋ ਗਏ, ਇੰਨੇ ਨਿਰਮਲ। ਹੁਣ ਜਿਹੜਾ ਵਾਲਮੀਕ ਜੀ ਦੇ ਕੋਲ ਆਉਂਦਾ ਉਹਦੇ ਵੀ ਪਾਪ ਨਸ਼ਟ ਹੋ ਜਾਂਦੇ ਨੇ। ਐਵੇਂ ਨਹੀਂ ਅੱਜ ਲੋਕ ਉਹਨਾਂ ਨੂੰ ਗੁਰੂ ਕਹਿੰਦੇ, ਗੁਰੂ ਵਾਲਮੀਕ। ਇੱਕ ਦਿਨ ਧਾੜਵੀ ਸੀ, ਅੱਜ ਗੁਰੂ ਵਾਲਮੀਕ। ਹਾਂ ਕਹਿੰਦੇ ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਸੰਗ ਤੇ ਮੇਲਾ ਹੋਇਆ ਸਾਧੂਆਂ ਦਾ, ਸੰਗ ਤੇ ਮੇਲਾ ਹੋਇਆ ਸਾਧੂਆਂ ਦਾ। ਸੰਗ ਤੇ ਮੇਲਾ ਹੋਇਆ ਸਾਧੂਆਂ ਦਾ, ਸੰਗ ਤੇ ਮੇਲਾ ਹੋਇਆ ਸਾਧੂਆਂ ਦਾ। ਉਹਦਾ ਪਾਪਾਂ ਦਾ ਪਹਾੜ, ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਉਹਦਾ ਪਾਪਾਂ ਦਾ ਪਹਾੜ ਫਤਿਹ ਹੋ ਗਿਆ, ਮੇਲਾ ਹੋਇਆ ਸਾਧੂਆਂ ਦਾ। ਜਿਨੇ ਸ਼ਰਨ ਲੈ ਲਈ, ਪਹਾੜਾਂ ਦੇ ਪਹਾੜ ਖਤਮ ਹੋ ਗਏ। ਇੱਥੋਂ ਤੱਕ ਅਵਸਥਾ ਪਹੁੰਚ ਗਈ ਸ਼ਰਨ ਲੈਣ ਵਾਲਿਆਂ ਦੀ ਕਿ ਅੱਜ
ਉਹਨਾਂ ਦੀ ਵੀ ਸ਼ਰਨ ਕੋਈ ਆ ਗਿਆ, ਉਹਦੇ ਵੀ ਪਾਪਾਂ ਦੇ ਪਹਾੜ ਖਤਮ ਹੋ ਗਏ। जिन्हें शरण लए जब की शरण गहे कृपा निध गज ग्रह ते छूटा मेहमान नाम कहाँ लो बरनो। नौवें पातशाह कहते कित्थों तक महिमा गावां नाम दी। मेहमानाम कहाँ लो बरनो राम कगत बंधन ते टूटो। राम कगत बंधन ते टूटो। राम कगत बंधन ते टूटा। राम कहित बंधन ते टूटा। मन रे प्रभु की शरण विचारो। मन रे प्रभु की शरण विचारो। मन रे प्रभु की शरण विचारो। प्रभु की शरण विचारो। मन रे प्रभु की शरण विचारो। अखीरली उदाहरण गुरु जी ने अजामल पापी जग जाने। जग जानदा सी अजामल पापी निमख मांगे निस्तारा। एक पल विच ओदा निस्तारा करता, एक पल विच, क्योंकि मरण लग्या शरण विच आ गया। मरण लग्या, वैसे हाथी भी मरण लग्या है। अजामल भी कहंदे मरण लगे ने नारायण कहा, उथे भी एक साधु ही मिले। उन्होंने 7वें पुत्र का नाम नारायण रख दिता। कहते नाले नारायण कवेंगा नाले रब का नाम जपया जाओ। जमदूत आए, डर लग्या, छोटे बच्चे नु आवाज मारदा नारायण नारायण। क्या ता पुत्र हेत सी, पुत्र दे प्यार विच गुरबाणी च क्या पुत्र हेत नारायण कहियो। पुत्र हेत नारायण कहियो साहिब श्री गुरु ग्रंथ साहिब। क्या ता पुत्र दे हेत विच सी, पर अंत समा जमदूत आ गए ते नारायण नारायण रब याद आ गया। फिर भाई साहब कहते ने जम गण मारे हर जना, गया सुरग जम दंड ना सया। सुरगा नु गया देवते ले गए, जमा दा दंड ना सहना पिया। कहते ने जब की शरण गही कृपा निध गज, अजामल पापी जग जाने। निमख मांगे निस्तारा, एक निमख विच उतारा। नानक कहत
चेत चिंता मन नानक कहत, चेत चिंता मन ऐ चिंता नाल भरे होए मन, कदे कारोबार दियां चिंता, कदे परिवार दियां चिंता, कदे संसार दियां चिंता, किन्नियां चिंता ने भरिया ही पिया मन कहंदे तेरा। नानक कहत साहिब श्री गुरु तेग बहादुर जी कहंदे ने ऐ चिंता नाल भरे होए मन तू भी चेत, नानक कहत चेत चिंता मन तै भी उतरे पारा। कहंदे तेरा भी उधार हो जाएगा, तू भी पार उतर जाएगा। ते भी उतर पारा, ते भी उतर पारा, ते भी उतर पारा। मन रे प्रभु की शरण विचार, मन रे प्रभु की शरण विचारो। जिह सिमरत गन का सी उधरी, जिह सिमरत गन का सी उधरी, तांको जसे उधारो, तांको जस उधारो। मन रे प्रभु की शरण विचारो, मन रे प्रभु की शरण विचारो, मन रे की शरण विचारो, मन रे प्रभु मन रे मन रे प्रभु की शरण विचारो, मन रे प्रभु की मन रे मन रे प्रभु की मन मन रे मन रे मन रे मन रे मन रे प्रभु की शरण विचारो, मन रे प्रभु की शरण विचारो, मन रे प्रभु की शरण विचारो, मन रे प्रभु की मन रे प्रभु की मन रे प्रभु की शरण विचारो। सत श्री अकाल। इन्हां ही शब्दां नाल समाप्ति है।